ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਮਰਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਸਮਰੱਥ ਗੁਰੂ ਸਿਰ ਹੱਥ ਧਰਿਓ। ਇਹ ਸੱਚੇ ਪਾਤਸ਼ਾਹ ਆਪ ਦਾ ਬੇਅੰਤ ਸ਼ੁਕਰ ਹੈ। ਸੋ ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ, ਜਿੰਨੀ ਕੁ ਸੋਝੀ ਗੁਰ ਬਖਸ਼ਦਾ ਹੈ। ਅੱਜ ਦਾ ਜੋ ਸਾਹਿਬ ਦਾ ਵਚਨ ਹੈ, ਜਿਸ ਦੀ ਆਪਾਂ ਵਿਚਾਰ ਕਰਾਂਗੇ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਜੋ ਸੰਸਾਰੀ ਪ੍ਰਚਲਿਤ ਵਿਚਾਰਧਾਰਾ ਹੈ, ਉਹਨਾਂ ਮੁਤਾਬਕ ਜਿਹੜਾ ਈਸ਼ਰ ਹੈ ਉਹ ਸ਼ਿਵ ਜੀ ਨੂੰ ਮੰਨਦੇ ਹੈ। ਕਈ ਜਿਹੜੇ ਜੋਗੀ ਨੇ ਉਹ ਗੋਰਖ ਨੂੰ ਗੁਰੂ ਮੰਨਦੇ ਹੈ, ਕਈ ਬ੍ਰਹਮਾ ਨੂੰ ਮੰਨਦੇ ਹੈ, ਤੇ ਕੋਈ ਪਾਰਵਤੀ ਮਾਈ, ਉਹਨਾਂ ਨੇ ਕੋਈ ਇਸਤਰੀ ਨੂੰ ਮੰਨਿਆ ਹੋਇਆ ਕਿ ਬਾਹਰੀ ਤੌਰ ਤੇ ਕੋਈ ਇਸਤਰੀ ਹੈ, ਜਿਵੇਂ ਸ਼ਿਵ ਜੀ ਦੀ ਪਤਨੀ ਨੂੰ ਕਹਿ ਦਿੰਦੇ ਆ ਕਿ ਉਹ ਪਾਰਵਤੀ ਹੈ। ਇੱਕ ਪ੍ਰਚਲਿਤ ਵਿਚਾਰਧਾਰਾ ਹੈ ਜੋ ਸਮਾਜ ਦੇ ਅੰਦਰ, ਧਰਮ ਜਗਤ ਦੇ ਅੰਦਰ ਚੱਲ ਰਹੀ ਹੈ। ਪਰ ਜਿਹੜੀ ਗੁਰਬਾਣੀ ਹੈ, ਗੁਰਬਾਣੀ ਦੇ ਅੰਦਰ ਪ੍ਰੈਜੈਂਟ ਵਰਤਮਾਨ ਦੀ ਗੱਲ ਹੈ। ਇਹ ਨਾ ਅਗਾਂਹ ਦੀ ਕਰਦੀ ਹੈ, ਨਾ ਪਿਛਾਂਹ ਦੀ ਗੱਲ ਕਰਦੀ ਹੈ। ਜੋ ਸਮਾਂ ਹੈ ਉਸ ਬਾਰੇ ਵਿਖਿਆਨ ਕਰਦੀ ਹੈ, ਜੀਵ ਨੂੰ ਉਪਦੇਸ਼ ਹੈ। ਗੁਰਬਾਣੀ ਦੀ ਇੱਕ ਵਿਲੱਖਣਤਾ ਹੈ ਕਿ ਜਿੱਥੇ ਗੁਰ ਦੇ ਨਾਲ ਔਂਕੜ ਲੱਗਦੀ ਹੈ, ਉਹ ਕਿਸੇ ਖਾਸ ਗੱਲ ਬਾਰੇ ਪਾਤਸ਼ਾਹ ਕਹਿਣਾ ਚਾਹੁੰਦੇ ਆ, ਕੋਈ ਖਾਸ ਆਇਡੈਂਟੀ ਦੀ ਜਾਣਕਾਰੀ ਦੇਣੀ ਚਾਹੁੰਦੇ ਆ, ਜੋ ਜੀਵ ਦੀ ਆਪਣੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਗੋਹਜ ਗੱਲ ਕੀਚੈ ਸਤਿਗੁਰ ਪਾਸ, ਕਿ ਜਿਹੜੀ ਗੋਹਜ ਗੱਲ ਹੈ, ਅਸਲੀਅਤ ਗੱਲ ਹੈ, ਉਹ ਦੱਸੀ ਜਾ ਰਹੀ ਹੈ ਕਿ ਅਸਲ ਗੱਲ ਕੀ ਹੈ। ਦੂਸਰੀਆਂ ਮੱਤਾਂ ਦੇ ਅਨੁਯਾਈ ਨੇ ਜਿਹੜੀ ਸੁਰਤ ਦੂਸਰੀ ਮੱਤ ਨੂੰ ਅਸੈਪਟ ਕਰੀ ਬੈਠੀ ਹੈ, ਹੇ ਮੇਰੇ ਮਨਾ, ਇਹ ਤੈਨੂੰ ਸਮਝਾਉਂਦੀ ਹੈ ਗੁਰਬਾਣੀ ਕਿ ਉਸ ਮੱਤ ਨੂੰ ਛੱਡ, ਉਸ ਵਿਚਾਰਧਾਰਾ ਨੂੰ ਛੱਡ। ਅਸਲ ਜੋ ਵਿਚਾਰਧਾਰਾ ਹੈ, ਤੇਰਾ ਜਿਹੜਾ ਆਪਣਾ ਸਰੂਪ ਹੈ, ਉਹ ਆ ਹੈ। ਤੂੰ ਆਪਣੇ ਅੰਦਰ ਵਿਚਾਰ ਕਰ। ਇਸੇ ਕਰਕੇ ਪਾਤਸ਼ਾਹ ਨੇ ਇੱਥੇ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਪਰ ਜਦੋਂ ਅਸੀਂ ਗੁਰਬਾਣੀ ਜਿਹਨੂੰ ਪੜ੍ਹਦੇ ਹਾਂ, ਪੋਥੀ ਦੇ ਵਿੱਚ ਜਾਂ ਗੁਟਕਿਆਂ ਦੇ ਵਿੱਚ, ਉੱਤੇ ਬਰਮਾ ਸ਼ਬਦ ਲਿਖਿਆ ਹੈ, ਬੱਬਾ ਰਾਰਾ ਮੰਮੇ ਨੂੰ ਕੰਨਾ। ਬਰਮਾ ਦਾ ਤਾਂ ਕੋਈ ਅਰਥ ਹੀ ਨਹੀਂ ਬਣਦਾ, ਬ੍ਰਹਮਾ ਸ਼ਬਦ ਹੈ। ਇਹਦੇ ਪੈਰ 'ਚ ਰਾਰਾ ਸੀ, ਹਾਹਾ। ਹੋਰ ਵੀ ਤੁਹਾਨੂੰ ਗੁਰਬਾਣੀ ਦੇ ਅੰਦਰ ਬ੍ਰਹਮਾ ਸ਼ਬਦ ਮਿਲੂਗਾ। ਗਾਵਨ ਤੁਧ ਨੂੰ ਈਸਰ ਬ੍ਰਹਮਾ ਦੇਵੀ, ਉੱਥੇ ਬਰਮਾ ਸ਼ਬਦ ਨਹੀਂ। ਬਰਮਾ ਦਾ ਤਾਂ ਕੋਈ ਅਰਥ ਹੀ ਨਹੀਂ ਬਣਦਾ। ਇਹ ਬ੍ਰਹਮਾ ਸ਼ਬਦ ਹੈ, ਬ੍ਰਹਮਾ। ਗੁਰ ਈਸਰ, ਇਹ ਕੋਈ ਗੁਰ ਖਾਸ ਹੈ, ਇਹ ਈਸ਼ਰ ਹੈ। ਈਸ਼ਰ ਕੀ ਹੈ? ਈਸ਼ਵਰ ਤੋਂ ਦੂਜੇ ਥਾਂ ਤੇ ਈਸ਼ਰ ਹੈ। ਈਸ਼ਰ ਹੈ ਸਾਡਾ ਆਪਣਾ ਮੂਲ। ਜਿਹੜੀ ਜੋਤ ਭਵ ਸਾਗਰ ਦੇ ਅੰਦਰ ਹੈ, ਉਹ ਈਸ਼ਰ ਹੈ। ਜਿਹੜੀ ਅਧੂਰੀ ਹੈ, ਜਿਹਨੇ ਪੂਰੀ ਹੋਣੀ, ਬ੍ਰਹਮਾ ਬ੍ਰਹਮ। ਜਦੋਂ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ, ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਇੱਕੋ ਕਰੈ, ਤਾਂ ਅੰਤਰ ਕੀ ਦੁਵਿਧਾ ਅੰਤਰ ਮਰੈ। ਫਿਰ ਇਹ ਈਸ਼ਰ ਬਣ ਜਾਂਦਾ, ਜਿਹੜਾ ਸਾਡਾ ਆਪਣਾ ਮੂਲ ਹੈ। ਇਹ ਈਸ਼ਰ ਦੇ ਥੱਲੇ ਵੀ ਔਂਕੜ ਹੈ। ਈਸ਼ਰ ਭਾਵ ਕਿ ਜਿਹੜਾ ਸ਼ੁੱਧ ਹੈ,
ਸ਼ੁੱਧ ਸਰੂਪ ਉਦੋਂ ਹੁੰਦਾ ਜਦੋਂ ਇਹ ਇੱਕ ਹੋ ਜਾਂਦਾ ਹੈ, ਪੂਰਨ ਬ੍ਰਹਮ ਬਣ ਜਾਂਦਾ ਹੈ। ਬ੍ਰਹਮ ਇੱਕ ਹੋਣ ਤੋਂ ਬਾਅਦ ਇਹ ਪੂਰਨ ਬ੍ਰਹਮ ਬਣਦਾ ਹੈ। ਜਦੋਂ ਪੂਰਨ ਬ੍ਰਹਮ ਬਣਦੀ ਹੈ, ਜੋਤ ਪੂਰੀ ਹੁੰਦੀ ਹੈ, ਫਿਰ ਇਹਨੂੰ ਪਾਰ ਬ੍ਰਹਮ ਹੈ, ਜਿਹੜਾ ਮਾਇਆ ਤੋਂ ਪਰੇ ਹੈ, ਜਿਹਦੀ ਦੇਖ ਰੇਖ ਹੇਠ ਸਾਰੀ ਸ੍ਰਿਸ਼ਟੀ ਚੱਲਦੀ ਹੈ, ਉਹ ਜਿਹੜਾ ਹੁਕਮ ਆ ਫਿਰ ਇਹਨੂੰ ਸੁਣਦਾ ਹੈ। ਉਹਨਾਂ ਚਿਰ ਨਹੀਂ ਉਹ ਸੁਣਦਾ ਹੈਗਾ। ਇਸੇ ਕਰਕੇ ਪਾਤਸ਼ਾਹ ਨੇ ਇੱਥੇ ਗੁਰ ਈਸ਼ਰ ਲਿਖਿਆ, ਗੁੱਗਿਆ ਨੂੰ ਔਂਕੜ, ਰਾਰੇ ਨੂੰ ਔਂਕੜ ਵੀ। ਪਰ ਹੁਣ ਸਾਡੇ ਗੁਰ ਤੇ ਗੁਰੂ ਦਾ ਅਰਥ ਇੱਕੋ ਹੀ ਕਰਤਾ। ਉਹ ਗੁਰ ਨੂੰ ਵੀ ਗੁਰੂ ਹੀ ਕਹੀ ਜਾਂਦੇ, ਜਿਵੇਂ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਨਹੀਂ ਹੈ, ਗੁਰ ਦੀ ਕਿਰਪਾ ਹੈ। ਗੁਰ ਹੀ ਸਾਡੇ ਤੇ ਕਿਰਪਾ ਕਰ ਸਕਦਾ ਹੈ। ਗੁਰੂ ਦਾ 84 ਲੱਖ ਜੂਨ ਤੇ ਕਿਰਪਾ ਕਰਦਾ। ਹੁਣ ਜਿਹੜੀ ਗੁਰਬਾਣੀ ਹੈ, ਇਹ ਤਾਂ ਸਿਰਫ ਮਨੁੱਖਾਂ ਵਾਸਤੇ ਹੈ। ਮਨੁੱਖਾਂ ਦੇ ਵਿੱਚ ਵੀ ਉਹਨਾਂ ਮਨੁੱਖਾਂ ਵਾਸਤੇ ਹੈ ਜਿਨ੍ਹਾਂ ਦੀ ਸੁਰਤ ਚਾਹੁੰਦੀ ਹੈ ਸੱਚ ਵਾਲੇ ਪਾਸੇ ਚੱਲਣਾ। ਬਾਕੀਆਂ ਲਈ ਤਾਂ ਇੱਕ ਪੜ੍ਹਨ ਲਈ ਹੈ, ਬਸ ਉਹ ਪੜ੍ਹਦੇ ਆ ਜਾਂ ਇਹਦੇ ਅੱਗੇ ਕੋਈ ਸੰਸਾਰੀ ਲੋੜਾਂ ਰੱਖ ਕੇ ਬੈਠ ਜਾਂਦੇ ਆ। ਉਹਨਾਂ ਨੂੰ ਪਰਮਾਰਥ ਬਾਰੇ ਸੋਝੀ ਨਹੀਂ ਹੈ ਕਿ ਗੁਰਬਾਣੀ ਪਰਮਾਰਥ ਦੀ ਗੱਲ ਕਰਦੀ ਹੈ। ਪਹਿਲਾਂ ਮਨ ਨੂੰ ਮਾਰਨਾ ਚਾਹੁੰਦੀ ਹੈ, ਫਿਰ ਇਹਨੂੰ ਜਿਉਣਾ ਕਰਨ ਦਾ ਢੰਗ ਦੱਸਦੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਪਹਿਲਾਂ ਮਰਨ ਕਬੂਲ, ਹੁਣ ਇਹ ਤਾਂ ਮਰਨ ਦੀ ਗੱਲ ਕਰਦੀ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ। ਗੁਰਬਾਣੀ ਕੁਛ ਹੋਰ ਕਹਿੰਦੀ ਹੈ, ਹੇ ਮੇਰੇ ਮਨਾ ਪ੍ਰਚਲਿਤ ਕੁਛ ਹੋਰ ਹੋ ਗਿਆ। ਹੁਣ ਜਿਹੜੀ ਵਿਚਾਰਧਾਰਾ ਪ੍ਰਚਲਿਤ ਹੈ ਉਹ ਤੇਰੇ ਸੁਰਤ 'ਚ ਵਸ ਚੁੱਕੀ ਹੈ। ਔਰ ਸਾਡੇ ਅੰਦਰ ਇਹਨਾਂ ਚੀਜ਼ਾਂ ਦੀ ਵਿਚਾਰਧਾਰਾ ਕਰਤੀ ਵੀ ਕੋਈ ਸ਼ਿਵ ਜੀ ਸੀ, ਇੱਕ ਬ੍ਰਹਮਾ ਸੀ, ਇੱਕ ਵਿਸ਼ਨੂੰ ਹੈ, ਇਹਨਾਂ ਨੇ ਸ੍ਰਿਸ਼ਟੀ ਬਣਾਈ, ਇਹ ਤਿੰਨੇ ਦੇਵਤੇ ਸ਼੍ਰੋਮਣੀ ਹੈ। ਫਿਰ ਸਾਡੀ ਵਿਚਾਰਧਾਰਾ 'ਚ ਇਹਨਾਂ ਤਿੰਨਾਂ ਨੂੰ ਕਈ ਕੱਟੀ ਜਾਂਦੇ ਆ। ਉਹ ਕੱਟਦੇ ਜ਼ਰੂਰ ਨੇ ਵੀ ਸ਼ਿਵ ਜੀ ਕੋਈ ਨਹੀਂ ਹੋਇਆ ਜੀ, ਬ੍ਰਹਮਾ ਕੋਈ ਨਹੀਂ ਹੋਇਆ, ਵਿਸ਼ਨੂੰ ਕੋਈ ਨਹੀਂ ਹੋਇਆ, ਪਰ ਅਸਲੀ ਬਾਰੇ ਦੱਸਦੇ ਵੀ ਨਹੀਂ। ਉਹ ਕਹਿੰਦੇ ਜੀ ਇੱਕ ਪਰਮੇਸ਼ਰ ਹੈ, ਫਿਰ ਪਰਮੇਸ਼ਰ ਹੈ ਕੀ? ਫਿਰ ਉਹਦੇ ਬਾਰੇ ਵੀ ਕੋਈ ਸੰਖੇਪ 'ਚ ਵਿਖਿਆਨ ਨਹੀਂ ਕਰਦੇ। ਹਰ ਇੱਕ ਮੱਤ ਆਪੋ ਆਪਣਾ ਪਰਮੇਸ਼ਰ ਮੰਨਦੀ ਹੈ। ਉਹ ਕਹਿੰਦਾ ਸਾਡਾ ਪਰਮੇਸ਼ਰ ਇਹੋ ਜਿਹਾ, ਉਹ ਕਹਿੰਦਾ ਸਾਡਾ ਪਰਮੇਸ਼ਰ ਇਹੋ ਜਿਹਾ। ਇਹਨਾਂ ਗੱਲਾਂ ਦੇ ਉੱਪਰ ਫਿਰ ਧਾਰਮਿਕ ਜਿਹੜੇ ਲੋਕ ਨੇ ਉਹਨਾਂ ਦਾ ਝਗੜਾ ਹੋ ਜਾਂਦਾ। ਉਹ ਝਗੜੇ ਦਾ ਕਾਰਨ ਬਣਦੇ ਆ। ਪਰ ਗੁਰਬਾਣੀ ਕੀ ਕਹਿੰਦੇ? ਗੁਰਮੁਖ ਬੈਰ ਵਿਰੋਧ ਗਵਾਵੇ। ਗੁਰਮੁਖ ਦੇ ਅੰਦਰ ਤਾਂ ਬੈਰ ਵਿਰੋਧ ਨਹੀਂ ਹੁੰਦਾ। ਹਾਂ, ਕੋਈ ਗੁਰਮੁਖ ਨਾਲ ਵੈਰ ਵਿਰੋਧ ਕਰੇ ਤਾਂ ਉਹਦੀ ਜ਼ਿੰਮੇਵਾਰੀ ਉਹਦੀ ਹੈ, ਗੁਰਮੁਖ ਦੀ ਨਹੀਂ ਹੈ। ਗੁਰਬਾਣੀ ਦੇ ਅਨੁਸਾਰ ਚੱਲਦਾ ਗੁਰਮੁਖ, ਕਿਉਂਕਿ ਗੁਰਮੁਖ ਕੋਲ ਨਾਮ ਹੁੰਦਾ, ਹੁਕਮ ਹੁੰਦਾ, ਉਹਨੂੰ ਪਤਾ ਹੁੰਦਾ ਪਰਮੇਸ਼ਰ ਦਾ ਭਾਣਾ ਵਰਤ ਰਿਹਾ, ਉਹ ਨਹੀਂ ਵਿਰੋਧਤਾ ਕਰ ਸਕਦਾ। ਪਰ ਕਈ ਗੱਲਾਂ ਸਾਡੇ ਵੀ ਗੁਰਮਤ ਦੇ, ਸਿੱਖ ਮਤ ਦੇ ਅੰਦਰ ਪਾਤਸ਼ਾਹੀਆਂ ਦਾ, ਭਗਤਾਂ ਦਾ ਨਾਮ ਲੈ ਕੇ ਵਰਤੀਆਂ ਗਈਆਂ। ਉਹਨਾਂ ਤੇ ਫਿਰ ਸਾਨੂੰ ਵੀ ਲੱਗਣ ਲੱਗ ਜਾਂਦਾ ਵੀ ਯਾਰ ਸ਼ਾਇਦ ਪਾਤਸ਼ਾਹੀਆਂ ਵੀ ਆਈਂ ਕਰਦੇ ਹੋਣਗੇ। ਪਰ ਪਾਤਸ਼ਾਹੀਆਂ ਇਸ ਤਰ੍ਹਾਂ ਨਹੀਂ ਕਰ ਸਕਦੀਆਂ। ਜਿਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ ਉਹ ਕਦੇ ਵੀ ਮਾਇਆ 'ਚ ਕੋਈ ਦਾਅਵਾ ਨਹੀਂ ਕਰਦਾ। ਉਹ ਮਾਇਆ 'ਚ ਆਪਣੀ ਹੋਂਦ ਨਹੀਂ ਰੱਖ ਕੇ ਜਾਂਦਾ, ਕਿਉਂਕਿ ਉਹਦਾ ਸਤ ਸਰੂਪ ਹੈ। ਸਤ ਸਰੂਪ ਵਾਲਾ ਮਾਇਆ 'ਚ ਹੋਂਦ ਨਹੀਂ ਰੱਖ ਸਕਦਾ। ਇਸੇ ਕਰਕੇ ਪਾਤਸ਼ਾਹ ਨੇ ਗੁਰਬਾਣੀ 'ਚ ਵੀ ਲਿਖਿਆ ਕਿ ਬਹੁਰ ਹਮ ਕਾਹੇ ਆਵਾਂਗੇ, ਅਸੀਂ ਕਿਉਂ ਆਵਾਂਗੇ ਇੱਥੇ ਮੁੜ ਕੇ? ਅਸੀਂ ਨਹੀਂ ਆਉਣਾ, ਕਿਉਂਕਿ ਸਾਡਾ ਕੋਈ ਦਾਅਵਾ ਹੀ ਨਹੀਂ, ਸਾਡੀ ਕੋਈ ਚੀਜ਼ ਹੀ ਨਹੀਂ ਇੱਥੇ। ਅਸੀਂ ਤਾਂ ਮਸੀਂ ਖਹਿੜਾ ਛਡਾ ਕੇ ਚੱਲੇ। ਸੋ ਗੁਰ ਈਸਰ, ਜਿਹੜਾ ਗੁਰਮਤ ਦਾ ਈਸਰ ਕਿਹੜਾ, ਜਿਹੜਾ ਦਰਗਾਹ 'ਚ ਪ੍ਰਵਾਨ ਦੀ ਈਸ਼ਰ ਕਿਹੜਾ, ਉਹ ਹੈ ਸਾਡਾ ਮੂਲ। ਸਾਡੇ ਮੂਲ ਨੇ ਉਦੋਂ ਦਰਗਾਹ 'ਚ ਪ੍ਰਵਾਨ ਹੋਣਾ ਜਦੋਂ ਇਹਦੇ ਰਾਰੇ ਨੂੰ ਔਂਕੜ ਪੈਣੀ ਹੈ, ਕਿ ਪੂਰਾ ਸੁਗਿਆਨ ਹੋਣਾ, ਜਦੋਂ ਇਹਨੇ ਪੂਰਨ ਬ੍ਰਹਮ ਬਣਨਾ। ਉਨਾ ਚਿਰ ਨਹੀਂ ਹੋ ਸਕਦਾ। ਪਰ ਇਹ ਸਾਡੇ ਨਾਲ ਸ਼ਰਾਰਤ ਕੀਤੀ ਜਾਂਦੀ ਹੈ, ਪਹਿਲਾਂ ਤੋਂ ਹੀ ਹੁੰਦੀ ਹੈ। ਜਾਂ ਕਬੀਰ ਸਾਹਿਬ ਨੇ ਪਹਿਲਾਂ ਹੀ ਫਰਮਾਨ ਦਿੱਤਾ ਸੀ ਕਿ ਪ੍ਰਥਮ ਆਹਨ ਬੋਡੀ ਪ੍ਰਥਮੀ ਪੰਡਤ ਪਾੜੀ ਬਾਟ, ਕਿ ਪੰਡਤ ਨੇ ਬਾਟ ਪਾੜੀ ਸੀ। ਉਹਨੇ ਵੇਦ ਦੇ ਅਰਥ ਚੇਂਜ ਕੀਤੇ, ਸ਼ਬਦ ਉਹੀ ਰੱਖ ਲਏ, ਉਹਨਾਂ ਦੇ ਅਰਥ ਸਿਮਰਤੀਆਂ ਦੇ ਵਿੱਚ ਕਰਤੇ, ਸ਼ਾਸਤਰਾਂ 'ਚ ਕਰਤੇ, ਪੁਰਾਣਾਂ 'ਚ ਕਰਤੇ, ਉਹ ਅਰਥਾਂ ਨੂੰ ਬਦਲਤਾ। ਇਸੇ ਤਰ੍ਹਾਂ ਹੀ ਅੱਜ ਵੀ ਸਾਡੇ ਕੋਲ ਗੁਰਬਾਣੀ ਉਹੀ ਹੈ। ਗੁਰਬਾਣੀ ਨਹੀਂ ਬਦਲ ਸਕੇ, ਪਰ ਜਦੋਂ ਗੁਰਬਾਣੀ ਦੇ ਟੀਕੇ ਕੀਤੇ ਗਏ, ਅਰਥ ਕੀਤੇ ਗਏ, ਉਹ ਅਰਥ ਬਦਲ ਗਏ।
ਫਿਰ ਕਈ ਕਹਿੰਦੇ ਜੀ ਪ੍ਰਕਰਨ ਦੇ ਹਿਸਾਬ ਨਾਲ ਗੱਲ ਚੱਲਦੀ ਹੈ। ਠੀਕ ਹੈ, ਪ੍ਰਕਰਨ ਦੇ ਹਿਸਾਬ ਨਾਲ ਗੱਲ ਚੱਲਦੀ ਹੈ, ਪਰ ਪ੍ਰਕਰਨ ਵੀ ਇੱਕ ਦਾ ਹੀ ਚੱਲੂਗਾ, ਦੂਜਾ ਪ੍ਰਕਰਨ ਨਹੀਂ ਚੱਲ ਸਕਦਾ। ਜਿੱਥੋਂ ਗੁਰਬਾਣੀ ਗੱਲ ਦੀ ਇੱਕ ਦੀ ਹੀ ਕਰਦੀ ਹੈ, ਫਿਰ ਪ੍ਰਕਰਨ ਕਿਵੇਂ ਚੇਂਜ ਹੋ ਜਾਊਗਾ। ਇੱਕ ਬੜਾ ਕਮਾਲ ਦਾ ਵਚਨ ਪਿਆ ਗੁਰਬਾਣੀ 'ਚ, ਗੁਰ ਤੇ ਗੁਰਬਾਰੀ। ਗੁਰ ਤੇ ਗੁਰ ਹੋਆ, ਵੇਖੋ ਤਿਸ ਕੀ ਰਜਾਏ। ਗੁਰਬਾਣੀ 'ਚ ਬਚਨਾ ਨਾਨਕ ਗੁਰ। ਜਦੋਂ ਨਾਨਕ ਜੀ ਦੇ ਨਾਲ ਗੁਰ ਸ਼ਬਦ ਲੱਗਿਆ, ਉਹ ਗੱਗੇ ਨੂੰ ਔਂਕੜ ਰਾ ਹੈ। ਤੇ ਗੁਰ, ਉਹ ਜਿਹੜਾ ਦੂਜਾ ਗੁਰ ਹੈ ਉਹਨੂੰ ਗੱਗੇ ਨੂੰ ਔਂਕੜ, ਰਾਰੇ ਨੂੰ ਵੀ ਔਂਕੜ। ਨਾਨਕ ਗੁਰ ਤੇ ਗੁਰ ਹੋਆ, ਵੇਖੋ ਤਿਸ ਕੀ ਰਜਾਏ। ਗੁਰੂ ਨਾਨਕ ਸਾਹਿਬ ਆਪਣੀ ਬਾਇਓਪਿਕ ਦੱਸਦੇ ਆ, ਆਪਣੀ ਫਿਲਾਸਫੀ ਦੱਸਦੇ ਆ ਕਿ ਮੇਰੇ ਨਾਲ ਕੀ ਹੋਇਆ। ਕਿ ਪਹਿਲਾਂ ਮੈਂ ਗੁਰ ਸੀ, ਗੱਗੇ ਨੂੰ ਔਂਕੜ ਰਾਰਾ, ਜਿਹੜਾ ਸ਼ੁਰੂਆਤ 'ਚ ਗੁਰ ਪ੍ਰਸਾਦ। ਜਦੋਂ ਗੁਰ ਨੇ ਆਪਣੇ ਮੂਲ ਨੂੰ ਪਰਸ ਲਿਆ, ਪਰਸ ਆਦਿ ਸ਼ਬਦ ਆ ਉਹ, ਆਪਣੇ ਆਦਿ ਸਰੂਪ ਨੂੰ ਪਰਸ ਲੈਣਾ, ਕਿਉਂਕਿ ਅੱਗੇ ਆਦਿ ਸੱਚ ਆ ਰਿਹਾ ਕਿ ਜਿਹੜਾ ਮੇਰਾ ਆਦਿ ਸਰੂਪ ਸੀ ਮੈਂ ਉਹਨੂੰ ਪਰਖ ਲਿਆ, ਪਰਸ ਲਿਆ, ਸਪਰਸ਼ ਕੀਤਾ। ਦਰਸ਼ਨ ਪਰਸੀ ਹੈ, ਪਰਸ ਹੋਇਆ। ਗੁਰੂ ਕਹਿ, ਦੇਖੋ ਗੁਰੂ ਨੂੰ ਜਾ ਕੇ ਪਰਸਿਆ ਜਾਂਦਾ। ਪਹਿਲਾਂ ਗੁਰ ਨੇ ਗੁਰ ਨੂੰ ਗੁਰੂ ਬਣਨਾ। ਨਾਨਕ ਗੁਰ ਤੇ ਗੁਰ ਹੋਆ, ਵੇਖੋ ਤਿਸ ਕੀ ਰਜਾਏ। ਉਹਦੀ ਆ ਰਜਾਏ, ਆ ਹੈ ਉਹਦਾ ਭਾਣਾ, ਆ ਹੈ ਉਹਦਾ ਕੌਤਕ, ਆ ਹੈ ਉਹਦੀ ਕਰਾਮਾਤ। ਇਹ ਕਰਾਮਾਤ ਪਰਮੇਸ਼ਰ ਦੀ ਹੈ। ਪਹਿਲਾਂ ਗੁਰ ਨੇ ਗੁਰੂ ਆਪਣੇ ਮੂਲ ਨੂੰ ਪਰਸਣਾ ਹੈ, ਤਾਂ ਪਾਤਸ਼ਾਹ ਨੇ ਇੱਥੇ ਗੱਗੇ ਨੂੰ ਔਂਕੜ, ਰਾਰੇ ਨੂੰ ਔਂਕੜ ਪਾਇਆ ਕਿ ਜਦੋਂ ਇਹ ਆਪਣੇ ਮੂਲ ਨੂੰ ਆਤਮਾ ਪ੍ਰਾਤਮਾ ਇੱਕ ਹੁੰਦੀਆਂ ਨੇ, ਭਾਵ ਕਿ ਆਪਣੀ ਸੋਚ ਛੱਡ ਕੇ ਸਾਰੀ ਸੋਚ ਹੀ ਗੁਰਬਾਣੀ ਵਾਲੀ ਜੀਵ ਮੰਨਣ ਲੱਗ ਜਾਂਦਾ, ਫਿਰ ਇਹ ਗੁਰ ਹੁੰਦਾ, ਇਹ ਇੱਕ ਹੋ ਜਾਂਦਾ। ਇਹੀ ਈਸ਼ਰ ਹੈ। ਗੁਰ ਗੋਰਖ, ਇਹੀ ਸਾਡਾ ਗੋਰਖ ਹੈ। ਗੋਰਖ ਗੋ ਹੁੰਦੀ ਹੈ ਬੁੱਧੀ, ਜੀਵ ਜੋਤ, ਰੱਖ ਹੁੰਦਾ ਜਿਹਨੇ ਰੱਖਣਾ ਉਹਨੂੰ, ਗੋ ਰੱਖ, ਕਿਉਂਕਿ ਰਾਰੇ ਨੂੰ ਔਂਕੜ ਹੈ। ਜਿਹੜਾ ਜੋਗੀਆਂ ਦਾ ਗੋਰਖ ਹੈ ਉਹ ਹੋਰ ਹੈ। ਉਹਦੇ ਲਈ ਤਾਂ ਗੁਰਬਾਣੀ ਜੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ। ਇਹ ਤਾਂ ਉਹਨਾਂ ਦੀ ਗੱਲ ਕਹਿੰਦੇ, ਕਹਿੰਦੇ ਜੋਗੀ ਕਰਦਾ ਗੋਰਖ ਗੋਰਖ, ਉਹ ਜੋਗੀਆਂ ਦਾ ਗੋਰਖ ਹੈ। ਸਾਡਾ ਗੋਰਖ ਹੋਰ ਹੈ। ਸਾਡਾ ਤਾਂ ਗੋਰਖ ਅੱਜ ਵੀ ਹੈ, ਸਾਡਾ ਮੂਲ ਅੱਜ ਵੀ ਹੈ, ਸਾਡੇ ਕੋਲ ਤਾਂ ਈਸ਼ਰ ਅੱਜ ਵੀ ਹੈ। ਉਹਨਾਂ ਦਾ ਤਾਂ ਸ਼ਿਵ ਜੀ ਚਲੇ ਗਿਆ, ਪਰ ਸਾਡਾ ਈਸ਼ਰ ਹੁਣ ਵੀ ਹੈਗਾ, ਸਾਡਾ ਗੋਰਖ ਹੁਣ ਵੀ ਹੈਗਾ, ਸਾਡਾ ਬ੍ਰਹਮਾ ਹੁਣ ਵੀ ਹੈਗਾ, ਸਾਡੀ ਪਾਰਵਤੀ ਮਾਈ ਅੱਜ ਵੀ ਹੈ। ਜੇ ਇਹ ਮੰਨ ਲਓਗੇ ਕਿ ਪਿੱਛੇ ਕੁਝ ਹੋਇਆ, ਫਿਰ ਹੁਣ ਕੀ ਹੈ, ਤਾਂ ਇਹਦੇ ਔਂਕੜ ਲੱਗੀ ਹੈ ਕਿ ਸਪੈਸ਼ਲ ਗੱਲ ਹੈ ਕੋਈ ਅੱਜ ਦੀ, ਕਿ ਤੁਸੀਂ ਵੀ ਗੁਰ ਤੋਂ ਗੁਰ ਹੋਣਾ ਹੈ, ਤੁਸੀਂ ਵੀ ਹਨੇਰੇ 'ਚੋਂ ਚਾਨਣ 'ਚ ਜਾਣਾ ਹੈ, ਤੁਸੀਂ ਵੀ ਝੂਠ ਤੋਂ ਸੱਚ ਬਣਨਾ ਹੈ, ਤੁਸੀਂ ਵੀ ਕੂੜਿਆਰ ਤੋਂ ਸਚਿਆਰ ਬਣਨਾ ਹੈ। ਇਹ ਮੇਰੇ ਮਨਾ, ਇਹ ਤੈਨੂੰ ਉਪਦੇਸ਼ ਦਿੱਤਾ ਪਾਤਸ਼ਾਹ ਨੇ, ਕਿਸੇ ਨੂੰ ਨਹੀਂ ਦਿੱਤਾ ਹੈਗਾ। ਗੁਰ ਈਸ਼ਰ ਜਿਹੜਾ ਸਾਡਾ ਆਪਣਾ ਮੂਲ ਹੈ, ਉਹ ਈਸ਼ਰ ਹੈ। ਗੁਰ ਗੋਰਖ, ਉਹੀ ਗੋਰਖ ਹੈ। ਗੁਰ ਪਾਰਵਤੀ ਮਾਈ, ਦੇਖੋ ਜਿਹੜਾ ਹੁਣ ਦੂਜਾ ਗੁਰ ਲੱਗ ਗਿਆ ਉਹਦਾ ਨਾਲ, ਉਹ ਰਾਰੇ ਨੂੰ ਔਂਕੜ ਨਹੀਂ ਹੈਗੀ। ਜਿਹੜਾ ਉਹ ਵੀ ਗੁਰ ਹੀ ਹੈ, ਉਹ ਪੂਰਾ ਹੋ ਗਿਆ। ਜਦੋਂ ਬ੍ਰਹਮਾ ਆਪਣੇ ਮੂਲ ਨਾਲ ਜੁੜ ਜਾਂਦਾ, ਬ੍ਰਹਮ ਨਾਲ ਜੁੜ ਜਾਂਦਾ, ਉਹ ਵੀ ਗੁਰ ਹੈ। ਪਰ ਪਾਰਵਤੀ ਮਾਈ, ਜਿਹੜੀ ਪਾਰਵਤੀ ਮਾਈ ਹੈ, ਪਾਰਵਤੀ, ਪਰੇ ਦੀ ਮੱਤ, ਉਹ ਹੈ ਹੁਕਮ, ਉਹ ਹੈ ਪਰਮੇਸ਼ਰ, ਉਹ ਹੈ ਗੁਰੂ। ਹਰਜੀ ਮਾਤਾ, ਹਰਜੀ ਪਿਤਾ, ਗੁਰਦੇਵ ਮਾਤਾ, ਗੁਰਦੇਵ ਪਿਤਾ। ਆਤਮਾ ਦਾ ਕੋਈ ਲਿੰਗ ਬਲਿੰਗ ਨਹੀਂ ਹੁੰਦਾ, ਪਰ ਇੱਕ ਸਮਝਾਉਣ ਲਈ ਵਰਤਣਾ ਪੈਂਦਾ ਹੈ। ਪਾਰਵਤੀ ਮਾਈ, ਇਹ ਜਿਹੜੀ ਮੱਤ ਹੈ, ਇਹ ਆਉਂਦੀ ਪਰੇ ਤੋਂ ਹੀ ਹੈ। ਆਉਂਦਾ ਸਾਰਾ ਸੁਗਿਆਨ ਪਰਮੇਸ਼ਰ ਕੋਲੋਂ ਹੀ ਹੈ, ਗੁਰੂ ਕੋਲੋਂ ਹੀ ਆ ਰਿਹਾ। ਪਰ ਕਿਸ ਦੇ ਥਰੂ ਆਉਂਦਾ ਹੈ? ਆਉਂਦਾ ਕਿਹਦੇ ਥਰੂ ਹੈ? ਗੁਰ ਦੇ ਥਰੂ ਆਉਂਦਾ ਹੈ, ਜਿਹਦੇ ਰਾਰੇ ਨੂੰ ਔਂਕੜ ਪਈ ਹੁੰਦੀ ਹੈ। ਜਿਵੇਂ ਪਾਤਸ਼ਾਹੀਆਂ ਸੀ, ਭਗਤ ਸਾਹਿਬ ਸੀ, ਉਹਨਾਂ ਦੇ ਥਰੂ ਸਾਡੇ ਕੋਲ ਆਇਆ। ਹਉ ਬੁਲਾਇਆ ਬੋਲੇ ਖਸਮ ਦਾ, ਉਹ ਕਹਿੰਦੇ ਅਸੀਂ ਤਾਂ ਖਸਮ ਦੇ ਬੁਲਾਇਆ ਬੋਲੇ ਹੋਏ ਹਾਂ। ਸੋ ਸਾਡੇ ਨਾਲ ਬੜੀ ਗੁਰਬਾਣੀ ਦੇ ਵਿੱਚ ਵੀ ਜਦੋਂ ਇਹਦੇ ਅਰਥ ਬਦਲੇ ਗਏ, ਉਦੋਂ ਤੋਂ ਫਰਕ ਪਿਆ। ਪਰ ਜਦੋਂ ਅਸੀਂ ਪੂਰੀ ਸੋਝੀ ਨਾਲ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਦੇ ਹਾਂ,
ਤਾਂ ਫਿਰ ਸਾਨੂੰ ਪਤਾ ਵੀ ਲੱਗਦਾ ਹੈ। ਸੋ ਮਾਇਆ ਦੇ ਅੰਦਰ ਗੁਰੂ ਨਹੀਂ ਹੁੰਦਾ, ਮਾਇਆ ਦੇ ਅੰਦਰ ਗੋਰੀ ਹੁੰਦਾ ਹੈ। ਗੁਰੂ ਮਾਇਆ ਤੋਂ ਪਰੇ ਰਹਿੰਦਾ ਹੈ। ਪਰਮੇਸ਼ਰ ਅਜੂਨੀ ਹੈ, ਉਹ ਜੂਨਾਂ 'ਚ ਨਹੀਂ ਆਉਂਦਾ, ਗੁਰ ਆਉਂਦਾ ਜੂਨੀ 'ਚ। ਗੁਰ ਨੇ ਜੂਨੀ ਤੋਂ ਅਜੂਨੀ ਹੋਣਾ ਹੈ। ਗੁਰੂ ਇੱਕੋ ਹੀ ਹੈ, ਉਹ ਪਰਮੇਸ਼ਰ ਹੈ, ਉਹ ਅਕਾਲ ਪੁਰਖ ਹੈ, ਉਹਦੇ ਕੋਲ ਪੂਰੀ ਸ੍ਰਿਸ਼ਟੀ ਦਾ ਗਿਆਨ ਹੈ। ਉਹ ਇੱਕ ਵਿਅਕਤੀ ਜਿਹੜਾ ਹੁੰਦਾ ਹੈ, ਉਹਦੇ ਕੋਲ ਪੂਰੀ ਸ੍ਰਿਸ਼ਟੀ ਦਾ ਗਿਆਨ ਨਹੀਂ ਹੁੰਦਾ, ਉਹਦੇ ਕੋਲ ਆਪਣਾ ਪੂਰਾ ਗਿਆਨ ਹੁੰਦਾ ਹੈ। ਆਪਣੇ ਬਾਰੇ ਉਹ ਸਾਰਾ ਕੁਝ ਦੱਸ ਦਿੰਦਾ। ਗੁਰਬਾਣੀ 'ਚ ਪਾਤਸ਼ਾਹੀ ਨੇ ਆਪਣਾ ਐਕਸਪੀਰੀਅੰਸ ਦੱਸਿਆ ਕਿ ਸਾਡੇ ਨਾਲ ਕਿਵੇਂ ਕਿਵੇਂ ਕੌਤਕ ਵਰਤਿਆ, ਕਿਵੇਂ ਕਿਵੇਂ ਸਾਡੇ ਨਾਲ ਭਾਣਾ ਵਰਤਿਆ, ਕਿਵੇਂ ਅਸੀਂ ਹੁਕਮ ਨੂੰ ਬੁੱਝਿਆ। ਤੁਸੀਂ ਵੀ ਬੁੱਝ ਲਓਗੇ, ਬੁੱਝਣਾ ਤੁਹਾਨੂੰ ਆਪ ਹੀ ਪੈਣਾ। ਮਿਹਨਤ ਤੁਹਾਨੂੰ ਆਪ ਹੀ ਕਰਨੀ ਪੈਣੀ। ਅਸੀਂ ਤੁਹਾਨੂੰ ਦੱਸ ਸਕਦੇ ਹਾਂ, ਮਾਰਗ ਦੱਸ ਸਕਦੇ ਹਾਂ, ਜਾਣਾ ਤੁਹਾਨੂੰ ਪੈਣਾ। ਉਸ ਮਾਰਗ ਦੇ ਵਿੱਚ ਕੀ ਕੀ ਸੁੱਖ ਮਿਲਣੇ ਆ, ਕੀ ਕੀ ਦੁੱਖ ਮਿਲਣੇ ਆ, ਉਹ ਵੀ ਦੱਸਾਂਗੇ। ਸਾਰਾ ਕੁਝ ਤੁਹਾਨੂੰ ਦੱਸਾਂਗੇ, ਪਰ ਜਾਣਾ ਤੁਹਾਨੂੰ ਆਪ ਹੀ ਪਊਗਾ। ਆਪਣ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ। ਇਹ ਕਾਰਜ ਤੁਹਾਨੂੰ ਆਪ ਹੀ ਸਵਾਰਨਾ ਪੈਣਾ, ਇੱਥੇ ਕੋਈ ਮਦਦ ਨਹੀਂ ਹੈ। ਪਰ ਸਾਡੇ ਤਾਂ ਧਰਮ ਦੇ ਵਿੱਚ ਵੀ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਕਿ ਜਿਹੜੇ ਧਰਮ ਦੇ ਗੁਰੂ ਬਣੇ ਹੋਏ ਨੇ ਸੰਭਾਵ ਸਾਗਰ ਦੇ ਅੰਦਰ, ਉਹ ਤਾਂ ਕਹਿੰਦੇ ਅਸੀਂ ਤੁਹਾਨੂੰ ਲੈ ਜਾਵਾਂਗੇ। ਪਰ ਗੁਰਬਾਣੀ 'ਚ ਕਿਤੇ ਨਹੀਂ ਆਉਂਦਾ ਹੈਗਾ। ਗੁਰਬਾਣੀ ਤਾਂ ਇਹ ਗੱਲ ਤਾਂ ਜ਼ਰੂਰ ਆਉਂਦੀ ਹੈ ਵੀ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋ ਬੈਰੋਜ। ਗੁਰਬਾਣੀ 'ਚ ਇਹ ਗੱਲ ਤਾਂ ਆਉਂਦੀ ਆ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਗੁਰਬਾਣੀ 'ਚ ਇਹ ਗੱਲ ਤਾਂ ਆਉਂਦੀ ਆ, ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਸਜਮਾਲਿਆ। ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਉਂਦੀ ਵੀ ਕੋਈ ਲੈ ਕੇ ਜਾਊਗਾ। ਗੁਰਬਾਣੀ 'ਚ ਇਹ ਗੱਲ ਦੇ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ। ਫਿਰ ਸੇਵ ਕਿਹਨੇ ਕਮਾਉਣੀ ਹੈ? ਇਹ ਮੇਰੇ ਮਨ ਤਹੀਂ ਕਮਾਉਣੀ ਹੈ। ਇਹ ਹੁਣ ਤੂੰ ਆਪਣੇ ਅੰਦਰ ਵੇਖ। ਸੋ ਜਿਹੜਾ ਪਰਮੇਸ਼ਰ ਹੈ, ਅਕਾਲ ਪੁਰਖ ਹੈ, ਨਿਰੰਕਾਰ ਹੈ, ਉਹਦੇ ਕੋਲੋਂ ਹੀ ਸਾਰੀ ਸੋਝੀ ਆ ਰਹੀ ਹੈ। ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹ ਗੁਰੂ ਹੈ। ਜਿਹੜਾ ਇੱਥੇ ਗੁਰ ਆ ਜਾਂਦਾ, ਜਿਹਨੂੰ ਇੱਥੇ ਆ ਕੇ ਗੱਗੇ ਨੂੰ ਔਂਕੜ ਲਾ, ਇਹਨੂੰ ਔਂਕੜ ਪੈ ਜਾਂਦੀ ਹੈ, ਉਹੀ ਤਾਂ ਗੁਰੂ ਦੀ ਸੋਝੀ ਕਰਾਉਂਦਾ ਹੈ, ਉਹੀ ਤਾਂ ਦੱਸਦਾ ਗੁਰੂ ਬਾਰੇ। ਫਿਰ ਉਹ ਆਪਣੇ ਆਪ ਗੁਰੂ ਕਿਵੇਂ ਕਹਾ ਲੂਗਾ? ਪਾਤਸ਼ਾਹੀਆਂ ਨੇ ਕਦੇ ਗੁਰੂ ਨਹੀਂ ਕਹਾਇਆ, ਉਹਨਾਂ ਨੇ ਗੁਰ ਲਿਖਾਇਆ ਆਪਣੇ ਨਾਲ, ਜਾਂ ਦਾਸ ਕਹਾਇਆ ਹੈ। ਉਹ ਤਾਂ ਬਾਰ-ਬਾਰ ਇਹੀ ਪ੍ਰਥਾ, ਇਹੀ ਵਿਚਾਰਧਾਰਾ ਦਾ ਪੰਡਤ ਦੀ ਤੋੜੀ ਸੀ, ਕਿਉਂਕਿ ਪੰਡਤ ਗੁਰੂ ਕਹਾਉਂਦਾ ਸੀ। ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ। ਉਹ ਕਹਿੰਦੇ ਸੰਸਾਰ ਇਹਨੂੰ ਗੁਰੂ ਮੰਨਦਾ, ਔਰ ਉਹ ਗੁਰੂ ਕਹਾਉਂਦਾ, ਸੰਸਾਰ ਮੰਨਦਾ। ਪਰ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਮੰਨਦਾ, ਮੈਂ ਤਾਂ ਤੈਨੂੰ ਗੁਰੂ ਨਹੀਂ ਮੰਨਦਾ। ਗੁਰੂ ਤਾਂ ਇੱਕ ਵੱਖਰੀ ਗੱਲ ਹੈ ਕਿ ਤੈਨੂੰ ਤਾਂ ਇੰਨੀ ਵੀ ਸੋਝੀ ਨਹੀਂ ਕਿ ਮੇਰੇ ਦੇ ਅਧੀਨ ਸਾਰਾ ਸੰਸਾਰ ਥੋੜ੍ਹਾ ਹੈ। ਤੂੰ ਤਾਂ ਗੁਰ ਵੀ ਹੈ ਨਹੀਂ, ਭਗਤਾਂ ਦਾ ਗੁਰ ਵੀ ਨਹੀਂ ਮੰਨਦੇ ਭਗਤ ਨੂੰ। ਇਸੇ ਕਰਕੇ ਹੀ ਬ੍ਰਾਹਮਣ ਜਾਂ ਪੰਡਤ ਭਗਤ ਸਾਹਿਬਾਨਾਂ ਦਾ ਵਿਰੋਧ ਕਰਦਾ ਸੀ। ਹੋਰ ਕੋਈ ਉਹਨਾਂ ਦਾ ਕੋਈ ਜ਼ਮੀਨ ਜਾਇਦਾਦ ਦਾ ਰੌਲਾ ਤਾਂ ਹੈ ਨਹੀਂ ਸੀ। ਉਹ ਕਹਿੰਦੇ ਸੀ ਵੀ ਗੁਰੂ ਨਹੀਂ ਮਾਇਆ 'ਚ ਹੁੰਦਾ, ਗੁਰੂ ਮਾਇਆ ਤੋਂ ਬਾਹਰ ਹੈ, ਇੱਥੇ ਗੁਰ ਹੈ। ਗੁਰ ਵੀ ਉਹ ਗੱਗੇ ਨੂੰ ਔਂਕੜ ਜਿਹਦੇ ਅੰਦਰ ਰਾਰ ਹੈ, ਭਾਵ ਕਿ ਜਿਹਦੇ ਕੋਲ ਪੂਰੀ ਸੋਝੀ ਹੈ, ਜਿਹੜਾ ਗੁਰੂ ਬਾਰੇ ਦੱਸਦਾ ਕਿ ਗੁਰੂ ਭਾਈ ਕੌਣ ਹੈ। ਗੁਰਬਾਣੀ 'ਚ ਹੁਣ ਥਾਂ ਥਾਂ 'ਤੇ ਲਿਖਿਆ ਵੀ ਦੱਦਾ ਦਾਤਾ ਏਕ ਹੈ ਸਭ ਕੋ ਦੇ ਬਣਹਾਰ। ਪਰ ਹੇ ਮੇਰੇ ਮਨ, ਹੁਣ ਤੂੰ ਆਪਣੇ ਅੰਦਰ ਝਾਤੀ ਮਾਰ ਵੀ ਤੂੰ ਵੀ ਇੱਥੇ ਕੁਛ ਐਸਾ ਹੀ ਕਰਦਾ ਜੋ ਕੁਛ ਉਸ ਵੇਲੇ ਪੰਡਤ ਕਰਦਾ ਸੀ। ਕਰਦਾ ਤੂੰ ਵੀ ਹੈ, ਇਹ ਨਹੀਂ ਗੱਲ ਕਿ ਨਹੀਂ ਕਰਦਾ। ਤੂੰ ਵੀ ਮਾਇਆ 'ਚ ਗੁਰੂ ਮੰਨਦਾ ਹੈ, ਪਰ ਗੁਰੂ ਮਾਇਆ 'ਚ ਨਹੀਂ ਹੋ ਸਕਦਾ। ਜੇ ਗੁਰੂ ਹੀ ਮਾਇਆ 'ਚ ਆ ਗਿਆ, ਫਿਰ ਮਾਇਆ 'ਚੋਂ ਕੱਢੂ ਕੌਣ? ਸੋ ਗੁਰੂ ਪਰਮੇਸ਼ਰ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਉਸ ਗਿਆਨ ਦੇ ਰਿਹਾ। ਗੁਰਬਾਣੀ ਦੇ ਵਿੱਚ ਬਚਨ ਵੀ ਹੈ, ਸਤ ਪੁਰਖ ਜੀ ਨਹੀਂ ਜਾਣਿਆ। ਦੇਖੋ, ਸਤ ਪੁਰਖ ਨੂੰ ਜਾਣਨਾ, ਸਤ ਪੁਰਖ ਜਾਣਿਆ ਹੀ ਜਾਂਦਾ। ਪਰਮੇਸ਼ਰ ਨੂੰ ਕੌਣ ਜਾਣ ਲੂਗਾ? ਪਰਮੇਸ਼ਰ ਦਾ ਤਾਂ ਪਤਾ ਹੀ ਨਹੀਂ ਵੀ ਕੀ ਚੀਜ਼ ਹੈ, ਉਹਨੂੰ ਜਾਣਿਆ ਨਹੀਂ ਜਾ ਸਕਦਾ। ਸਾਡੀ ਧਰਤੀ ਦੇ ਉੱਤੇ ਸਮੁੰਦਰ ਹੈ, ਕੋਈ ਸਮੁੰਦਰ ਨੂੰ ਜਾਣ ਕੇ ਦਿਖਾਵੇ। ਪਰ ਸਮੁੰਦਰ ਦੀ ਇੱਕ ਬੂੰਦ ਸਾਡੇ ਸਾਹਮਣੇ, ਅਸੀਂ ਉਹਨੂੰ ਜਾਣ ਸਕਦੇ ਹਾਂ।
ਉਹਦਾ ਵੀ H2O, ਹਾਈਡਰੋਜਨ ਆਕਸੀਜਨ ਹੈ। ਬੂੰਦ ਨੂੰ ਜਾਣ ਲਿਆ, ਸਮੁੰਦਰ ਨੂੰ ਕਿਵੇਂ ਜਾਣ ਲਿਆ? ਪਰ ਬੂੰਦ ਜਦੋਂ ਸਮੁੰਦਰ 'ਚ ਡਿੱਗ ਜਾਂਦੀ ਹੈ ਉਹ ਵੀ ਉਹਦਾ ਸਰੂਪ ਧਾਰਨ ਕਰ ਜਾਂਦੀ ਹੈ। ਫਿਰ ਉਹ ਬੂੰਦ ਨਹੀਂ ਰਹਿ ਜਾਂਦੀ, ਉਹ ਸਮੁੰਦਰ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ ਗੁਰਬਾਣੀ ਹੈ ਮੇਰੇ ਮਨ ਤੈਨੂੰ ਕਹਿੰਦੀ ਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰ ਤੂੰ ਆਪਣੇ ਆਪ ਨੂੰ ਪਛਾਣ ਲੈ। ਜਦ ਤੂੰ ਆਪਣੇ ਆਪ ਨੂੰ ਪਛਾਣ ਲੈ, ਤੂੰ ਵੀ ਇੱਕ ਬੂੰਦ ਰੂਪ ਹੀ ਹੈ। ਪਿੰਦੀ ਊਬ ਕਲੇ ਸੰਸਾਰਾ, ਪਿੰਦੀ ਹੈ ਤੂੰ ਬਸ, ਇੱਕ ਬੂੰਦ ਰੂਪ 'ਚ ਹੈ। ਜਦੋਂ ਤੂੰ ਬੂੰਦ ਸਾਗਰ 'ਚ ਡਿੱਗ ਵੀ ਜਾ ਕੇ, ਤੂੰ ਵੀ ਫਿਰ ਉਸੇ ਦਾ ਸਰੂਪ ਧਾਰਨ ਕਰੇਗਾ। ਸਤਪੁਰਖ ਜੀ ਨਹੀਂ ਜਾਣਿਆ, ਜਿਨ੍ਹਾਂ ਨੇ ਵੀ ਆਪਣੇ ਮੂਲ ਨੂੰ ਜਾਣ ਲਿਆ, ਸਤਿਗੁਰ ਤਿਸ ਕਾ ਨਾਮ, ਉਹਨੂੰ ਸਤਿਗੁਰ ਕਹਿੰਦੇ, ਜਿਹਨੇ ਸਤਪੁਰਖ ਨੂੰ ਜਾਣਿਆ। ਕਿਉਂਕਿ ਆਪਣੇ ਮੂਲ ਨੂੰ ਹੀ ਜਾਣ ਲਿਆ, ਆਪਣੇ ਆਪ ਦੀ ਸੋਝੀ ਆ ਗਈ। ਸਤਿਗੁਰ, ਸਤਿਗੁਰ ਦਾ ਭਾਵ ਕੀ ਹੁੰਦਾ? ਜਿਹਦੇ ਕੋਲ ਪੂਰੀ ਸੋਝੀ ਹੈ, ਪੂਰਾ ਗਿਆਨ ਹੈ। ਗੁਰਬਾਣੀ ਦੇ ਵਿੱਚ ਥਾਂ ਥਾਂ ਤੇ ਹੇ ਮੇਰੇ ਮਨ ਇਹੀ ਸ਼ਬਦ ਮਿਲੂਗਾ ਤੈਨੂੰ। ਸਭ ਤੋਂ ਜਿਹੜਾ ਮਹੱਤਵਪੂਰਨ ਸ਼ਬਦ ਹੈ ਗੁਰਬਾਣੀ ਦਾ ਸਿਰਲੇਖ ਚੱਲਦਾ, ਜਿੱਥੇ ਵੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਊਗਾ, ਕਿਤੇ ਵੀ ਪੂਰੀ ਗੁਰਬਾਣੀ 'ਚ ਸਤਿਗੁਰੂ ਪ੍ਰਸਾਦ ਨਹੀਂ ਲਿਖਿਆ ਪੰਜਵੇਂ ਪਾਤਸ਼ਾਹ। ਫਿਰ ਉਹ ਕਿਉਂ ਲਿਖਿਆ ਸਤਿਗੁਰ ਪ੍ਰਸਾਦ? ਉੱਥੇ ਵੀ ਰਾਰੇ ਨੂੰ ਔਂਕੜ ਨਹੀਂ ਪਾਇਆ ਕਿ ਜਿਹੜਾ ਇੱਕ ਹੋ ਜਾਂਦੀ ਹੈ ਜੋਤ, ਇੱਕ ਓੰਕਾਰ, ਜਿਹੜੀ ਜੋਤ ਇੱਕ ਹੋ ਜਾਂਦੀ ਹੈ, ਉਹ ਦੂਜੇ ਨੂੰ ਰਸਤਾ ਦੱਸ ਸਕਦੀ ਹੈ। ਸਤਿਗੁਰ ਜਿਹੜਾ ਸਾਡੇ ਹਿਰਦੇ 'ਚ ਸਤਿਗੁਰ ਹੈ, ਕਿਉਂਕਿ ਸਤਿਗੁਰ ਤੇ ਖਾਲੀ ਕੋ ਨਹੀਂ, ਕੋਈ ਵੀ ਜੋਤ ਹੈ ਹੀ ਨਹੀਂ, ਸਭ ਦੇ ਅੰਦਰ ਹੀ ਸੱਚ ਦਾ ਗਿਆਨ ਪਿਆ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਜਿਹੜੀ ਦੇਹੀ ਹੈ, ਚੇਤਨ ਸਰੂਪ ਹੈ ਸਾਡਾ, ਉਹੀ ਤਾਂ ਨਾਮ ਹੈ। ਉਹਦੇ ਕੋਲ ਹੀ ਤਾਂ ਹੁਕਮ ਆਉਂਦਾ, ਉਹਨੂੰ ਹੀ ਤਾਂ ਆਪਣੇ ਆਪ ਦਾ ਚੇਤਾ ਹੈ। ਬਸ ਉਹ ਆਪਣਾ ਚੇਤਾ ਭੁੱਲਿਆ ਹੋਇਆ, ਵਿਸਰਿਆ ਜਿਹਨੀ ਨਾਮ, ਉਹਨੂੰ ਨਾਮ ਵਿਸਰਿਆ, ਉਹਨੂੰ ਆਪਣਾ ਆਪਾ ਵਿਸਰਿਆ ਹੋਇਆ ਹੈ। ਉਹ ਚੇਤਨ ਸਰੂਪ ਸਮਝੀ ਜਾਂਦਾ, ਉਹ ਮਾਇਆ ਦਾ ਸਰੂਪ ਹੈ। ਉਹ ਆਤਮ ਸਰੂਪ ਮੰਨਦਾ ਸਰੀਰ ਆ ਆਪਣੇ ਆਪ ਨੂੰ। ਗੁਰਬਾਣੀ ਹੇ ਮੇਰੇ ਮਨਾ ਤੈਨੂੰ ਤੇਰਾ ਹੀ ਚੇਤਾ ਕਰਾ ਰਹੀ ਹੈ, ਕਿਸੇ ਦਾ ਚੇਤਾ ਨਹੀਂ ਕਰਾ ਰਹੀ। ਨਾ ਤੂੰ ਕਿਸੇ ਦਾ ਚੇਤਾ ਕਰਨਾ ਹੈ। ਪਰ ਜਦੋਂ ਤੂੰ ਕਿਸੇ ਬਾਰੇ ਚੇਤਾ ਕਰੇਗਾ, ਕਿਸੇ ਦਾ ਗਿਆਨ ਲਏਗਾ, ਕਿਸੇ ਦਾ ਧਿਆਨ ਧਰੇਗਾ, ਕਿਸੇ ਦੀਆਂ ਗੱਲਾਂ ਸੁਣੇਗਾ, ਫਿਰ ਤਾਂ ਤੂੰ ਉਹਦੇ ਤੇ ਪ੍ਰਭਾਵਿਤ ਹੋਵੇਗਾ। ਫਿਰ ਤੂੰ ਆਪਣਾ ਪਾਸਾ ਛੱਡ ਜਾਏਗਾ, ਫਿਰ ਤੂੰ ਆਪਣੇ ਬਾਰੇ ਨਹੀਂ ਕੁਝ ਵੀ ਸੋਚੇਗਾ, ਫਿਰ ਤੂੰ ਦੂਜੇ ਬਾਰੇ ਸੋਚੇਗਾ, ਦੂਜੇ ਨੂੰ ਜਾਣਨਾ ਚਾਹੇਗਾ, ਦੂਜੇ ਨੂੰ ਪਛਾਣਨਾ ਚਾਹੇਗਾ। ਫਿਰ ਤੇਰੀ ਆਪਣੀ ਹੋਂਦ ਤਾਂ ਖਤਮ ਹੈ। ਫਿਰ ਤੂੰ ਕਿ ਆਪ ਤਾਂ ਕੁਛ ਵੀ ਨਾ ਕੀਤਾ। ਪਰ ਹੇ ਮੇਰੇ ਮਨਾ ਗੁਰਬਾਣੀ ਤੈਨੂੰ ਤੇਰੇ ਨਾਲ ਹੀ ਜੋੜਦੀ ਹੈ, ਕਿਸੇ ਨਾਲ ਨਹੀਂ ਜੋੜਦੀ। ਪਹਿਲਾਂ ਜਦ ਤੂੰ ਆਪ ਆਪਣੇ ਆਪ ਨੂੰ ਸਵਾਰ ਲੇਗਾ, ਫਿਰ ਸਾਰਾ ਕੁਛ ਹੀ ਤੈਨੂੰ ਪਤਾ ਲੱਗੂਗਾ। ਸੋ ਗੁਰੂ ਪਰਮੇਸ਼ਰ ਹੀ ਹੈ, ਹੋਰ ਕੋਈ ਵੀ ਗੁਰੂ ਨਹੀਂ ਹੋ ਸਕਦਾ। ਬਾਕੀ ਸਾਰੇ ਗੁਰ ਨੇ, ਭਗਤ ਨੇ, ਦਾਸ ਨੇ, ਤੇ ਉਹਨਾਂ ਨੇ ਪੂਰੀ ਇਮਾਨਦਾਰੀ ਨਾਲ ਇਹ ਗੱਲ ਆਖੀ ਹੈ ਕਿ ਅਸੀਂ ਦਾਸ ਹੈ, ਅਸੀਂ ਭਗਤ ਹੈ, ਗੁਰੂ ਪਰਮੇਸ਼ਰ ਹੈ। ਪਰ ਜਿਹੜਿਆਂ ਨੇ ਇਸ ਚੀਜ਼ ਨੂੰ ਵਿਗਾੜਿਆ, ਉਹਨਾਂ ਦਾ ਜਵਾਬ ਦੇ ਉਹ ਹੋਣਗੇ, ਦੂਜਾ ਨਹੀਂ ਹੋਊਗਾ। ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜਨਾ। ਉਹਨਾਂ ਨੇ ਕਹਿਣਾ ਵੀ ਅਸੀਂ ਤਾਂ ਤੁਹਾਨੂੰ ਕਿਹਾ ਨਹੀਂ ਸੀ ਇਹ ਸ਼ਬਦ ਸਾਡੇ ਨਾਲ ਲਾਇਓ, ਤੁਸੀਂ ਲਾਇਆ, ਤੇ ਤੁਸੀਂ ਜਵਾਬ ਦਿਓ। ਅਸੀਂ ਕਿਉਂ ਜਵਾਬ ਦਈਏ? ਤੁਸੀਂ ਜਦੋਂ ਕਿਤੇ ਜਿਹੜੀ ਸ਼ਬਦ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇੱਕ ਲਾਸਟ ਵਾਰ ਹੈ ਜਿਹੜੀ 10ਵੇਂ ਪਾਤਸ਼ਾਹ ਲਈ ਵਰਤੀ ਜਾਂਦੀ ਹੈ, ਉਹਦੇ ਵਿੱਚ ਵੀ ਉਹਨਾਂ ਨੇ ਲਿਖਿਆ ਵਾਹ ਵਾਹ ਗੁਰ ਗੋਬਿੰਦ ਸਿੰਘ। ਉਹਨਾਂ ਨੇ ਵੀ ਗੁਰੂ ਨਹੀਂ ਲਿਖਿਆ, ਉੱਥੇ ਗੁਰ ਗੋਬਿੰਦ ਸਿੰਘ ਲਿਖਿਆ ਹੈ। ਬਹੁਤ ਕੁਛ ਕਮਾਲ ਦਾ ਪਿਆ, ਕਿਉਂਕਿ 10ਵੇਂ ਪਾਤਸ਼ਾਹ ਆਪ ਵੀ ਲਿਖਦੇ ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਆਪ ਤੋਂ ਲੈ ਕੇ ਜਿੰਨੇ ਉਹਨਾਂ ਤੋਂ ਪਹਿਲਾਂ ਹੋ ਚੁੱਕੇ ਸਮਝਿਓ ਹਮਾਰਾ ਲਿਖਿਆ, ਕਿ ਜਿੰਨੇ ਵੀ ਪਹਿਲਾਂ ਹੋ ਚੁੱਕੀਆਂ ਨੇ ਸ੍ਰਿਸ਼ਟੀਆਂ, ਸਾਰਿਆਂ ਦਾ ਗੁਰੂ ਇੱਕੋ ਹੀ ਹੈ। ਉਹ ਆਦ ਅੰਤ ਤੱਕ ਇੱਕੋ ਹੀ ਰਹਿਣਾ। ਆਦ ਅੰਤ ਸ੍ਰਿਸ਼ਟੀ ਦਾ ਹੀ ਹੈ, ਪਰਮੇਸ਼ਰ ਦਾ ਤਾਂ ਹੋਣਾ ਨਹੀਂ, ਉਹ ਤਾਂ ਅਨਾਦਿ ਹੈ। ਉਹੀ ਰਹਿਣਾ ਹੈ, ਉਹ ਨਹੀਂ ਚੇਂਜ ਹੋਣਾ। ਇੱਥੇ ਗੁਰ ਚੇਂਜ ਹੁੰਦੇ ਰਹਿੰਦੇ ਆ। ਉਸ ਵੇਲੇ ਸਰੀਰ ਕਰਕੇ 10ਵੇਂ ਪਾਤਸ਼ਾਹ ਸੀ, ਗੁਰ ਸੀਗੇ, ਉਹ ਸਰੀਰ ਛੱਡ ਗਈ, ਜੋਤ ਸੱਚਖੰਡ ਵਿੱਚ ਹੈ, ਕੱਲੀ ਜੋਤ ਹੈ। ਔਰ ਜੋਤ ਦਾ ਕੋਈ ਨਾਮ ਨਹੀਂ ਹੁੰਦਾ, ਜੋਤ ਦਾ ਕੋਈ ਰੂਪ ਰੇਖ ਰੰਗ ਨਹੀਂ ਹੁੰਦਾ।
ਜਦੋਂ ਜੋਤ ਸਰੀਰ ਧਾਰਦੀ ਆ ਉਦੋਂ ਰੂਪ ਰੇਖ ਰੰਗ ਵੀ ਹੁੰਦਾ, ਨਾਮ ਵੀ ਹੁੰਦੇ ਨੇ ਜੋ ਗੁਣਵਾਚਕ ਨੇ। ਪਰ ਉਹਨਾਂ ਤੋਂ ਵੀ ਭਗਤ ਉੱਪਰ ਚਲੇ ਜਾਂਦੇ ਆ, ਉਹਨਾਂ ਨੂੰ ਵੀ ਚੇਂਜ ਕਰ ਦਿੰਦੇ ਆ। ਜਿਵੇਂ ਇਹ ਗੱਲ ਕਬੀਰ ਸਾਹਿਬ ਜੀ ਨੇ ਕੀਤੀ, ਕਬੀਰਾ ਤੂੰ ਕਬੀਰ ਤੂੰ ਹੀ, ਤੇਰਾ ਨਾਮ ਕਬੀਰ। ਉਹ ਕਹਿੰਦੇ ਵੀ ਤੂੰ ਹੀ ਹੈ ਕਬੀਰ। ਸੰਸਾਰ ਦੇ ਲੋਕ ਮੈਨੂੰ ਕਬੀਰ, ਮੇਰਾ ਨਾਮ ਜ਼ਰੂਰ ਇਹਨਾਂ ਨੇ ਕਬੀਰ ਕਹਿਤਾ, ਪਰ ਮੈਂ ਕਬੀਰ ਨਹੀਂ। ਕਬੀਰ ਦਾ ਅਰਥ ਵੱਡਾ ਹੁੰਦਾ ਹੈ, ਕਿ ਵੱਡਾ ਤਾਂ ਫਿਰ ਤੂੰ ਹੀ ਹੈ, ਮੈਂ ਤਾਂ ਹੈ ਨਹੀਂਗਾ। ਮੈਂ ਤਾਂ ਕਬੀਰ ਹਾਂ, ਮੈਂ ਤਾਂ ਛੋਟਾ। ਆਪਣੇ ਵੱਲੋਂ ਪੂਰੇ ਰੈਫਰੈਂਸ ਦੇ ਕੇ ਜਾਂਦੇ ਆ ਉਹ, ਵੀ ਸਾਡੇ 'ਚ ਕੋਈ ਕਮੀ ਨਾ ਰਹਿ ਜਾਵੇ। ਔਰ ਜਿਹੜੇ ਉਹਨਾਂ ਨਾਲ ਜੁੜਦੇ ਆ, ਜੋ ਉਹਨਾਂ ਦੀ ਵਿਚਾਰਾਂ ਨੂੰ ਸੁਣਦੇ, ਉਹਨਾਂ ਨੂੰ ਵੀ ਉਹ ਗੱਲਾਂ ਕਹਿੰਦੇ ਆ ਵੀ ਦੇਖਿਓ ਕਿਤੇ ਸਾਡੇ ਨਾਲ ਇਸ ਤਰ੍ਹਾਂ ਦਾ ਕੋਈ ਸ਼ਬਦ ਨਾ ਵਰਤਦੇ ਹੋ, ਤੁਸੀਂ ਔਖੇ ਹੋਵੋਗੇ, ਸਾਡਾ ਕੁਝ ਨਹੀਂ ਜਾਣਾ। ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਟ ਮੇ ਪਰੈ। ਉਹ ਕਹਿੰਦੇ ਸਾਨੂੰ ਨਾ ਪਰਮੇਸ਼ਰ ਕਹਿ ਦਿਓ, ਜੇ ਤੁਸੀਂ ਸਾਨੂੰ ਕਹਿਦਾ ਤੁਹਾਨੂੰ ਤਕਲੀਫ ਹੋਊ, ਸਾਨੂੰ ਤਾਂ ਕੁਝ ਨਹੀਂ ਹੋਣਾ, ਕਿਉਂਕਿ ਅਸੀਂ ਤਾਂ ਤੁਹਾਨੂੰ ਬਾਰ ਰਿਟਨ ਪ੍ਰੂਫ ਦੇ ਕੇ ਆਏ ਵੀ ਅਸੀਂ ਨਹੀਂ ਹੈਗੇ ਇਸ ਤਰ੍ਹਾਂ ਦੇ। ਅਸੀਂ ਦਾਸ ਹਾਂ, ਮੋਕੋ ਦਾਸ ਤਵਨ ਕਾ ਜਾਨੋ, ਤਾਂ ਮੈਂ ਭੇਦ ਨਰੰਚ ਬਖਾਨੋ। ਦਾਸ ਸਮਝ ਕੇ ਚੱਲੇਗੇ ਹੋ, ਤੁਸੀਂ ਦਾਸ ਬਣੇ ਰਹੋਗੇ। ਜੇ ਤੁਸੀਂ ਗੁਰੂ ਸਮਝ ਲਓਗੇ ਤਾਂ ਤੁਹਾਡੇ ਅੰਦਰ ਵੀ ਗੁਰੂ ਬਣਨ ਦੀ ਫੀਲਿੰਗ ਆਊਗੀ ਵੀ ਅਸੀਂ ਵੀ ਬਣੀ, ਸਾਡੀ ਵੀ ਗੱਲ ਚੱਲੇ। ਤੁਸੀਂ ਵੀ ਕਿਸੇ ਨੂੰ ਆਪਣੇ ਦੇ ਅੱਗੇ ਝੁਕਾਉਣਾ ਚਾਹੋਗੇ ਤੇ ਹਉਮੈ ਵਧੂਗੀ, ਫਿਰ ਤੁਹਾਨੂੰ ਔਖਾ ਹੋਊਗਾ, ਕਿਸੇ ਦਾ ਜਾਣਾ ਕੁਛ ਨਹੀਂ ਹੈ। ਸੋ ਗੁਰੂ ਹੈ ਮੇਰੇ ਮਨਾ, ਤੂੰ ਇਹ ਗੱਲ ਸਮਝਣੀ ਆ, ਬਾਕੀਆਂ ਦਾ ਨਹੀਂ ਪਤਾ ਕਿ ਤੂੰ ਗੁਰੂ ਪਰਮੇਸ਼ਰ ਨੂੰ ਹੀ ਮੰਨਣਾ ਹੈ, ਕਿ ਉਹੀ ਗੁਰੂ ਹੈ, ਪਰਮੇਸ਼ਰੀ ਹੈ, ਬਾਕੀ ਸਭ ਦਾਸ ਨੇ। ਉਹਨਾਂ ਦਾਸਾਂ ਦੀ ਗੱਲ ਮੰਨਣੀ ਹੈ ਤਾਂ ਕਿ ਤੂੰ ਵੀ ਦਾਸ ਬਣ ਸਕੇ। ਹੋਏ ਤੇਰੇ ਦਾਸਨ ਦਾਸਾ, ਕਿ ਦਾਸਾਂ ਦਾ ਵੀ ਦਾਸ ਬਣ ਕੇ ਰਹਿਣਾ, ਉਹਨਾਂ ਤੋਂ ਵੀ ਕੁਝ ਸਿੱਖਣਾ। ਸੋ ਪਾਰਵਤੀ ਮਾਈ ਹੈ ਜੋ ਪਰੇ ਤੋਂ ਆਉਣ ਵਾਲੀ ਮੱਤ ਹੈ। ਮਾਈ ਹੁੰਦੀ ਹੈ ਮੱਤ, ਸਿੱਖਿਆ ਜੋ ਸੱਚਖੰਡ ਚੋਂ ਆ ਰਹੀ ਹੈ, ਜੋ ਗੁਰਬਾਣੀ ਜਿਹੜੀ ਧੁਰਕੀ ਬਾਣੀ ਹੈ। ਸੋ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਜਿਵੇਂ ਪਾਤਸ਼ਾਹ ਅੰਗ 872 ਉੱਪਰ ਵੀ ਕਹਿੰਦੇ ਆ, ਬ੍ਰਹਮਾ ਵਿਸ਼ਨੂੰ ਮਹੇਸ਼ਰ ਵਿਦ, ਜਿਹੜੇ ਹੁਣ ਦੂਜੇ ਨੇ, ਜਿਨ੍ਹਾਂ ਨੇ ਸੰਸਾਰੀ ਮੰਨੇ ਹੋਏ ਨੇ। ਜਿਹੜਾ ਬ੍ਰਹਮ ਹੈ ਮਨ ਹੈ, ਵਿਸ਼ਨ ਹੈ ਜਿਹੜਾ ਮੂਲ ਹੈ ਸਾਡਾ, ਮਹੇਸ਼ਰ ਸ਼ਿਵ ਜੀ ਹੈ ਜਿਹੜੀ ਸਾਡੇ ਅੰਦਰ ਸੁਰਤ ਚੱਲਦੀ ਹੈ। ਇਹ ਤਾਂ ਮਾਇਆ ਨੇ ਵਿਧੇ ਹੋਏ ਨੇ। ਕਹਿੰਦੇ ਜਿਹੜੇ ਸੰਸਾਰੀ ਵੀ ਸ਼ਿਵ ਜੀ ਜਾਂ ਬ੍ਰਹਮਾ ਜਾਂ ਵਿਸ਼ਨੂੰ ਨੇ, ਉਹ ਤਾਂ ਮਾਇਆਧਾਰੀ ਨੇ, ਉਹ ਤਾਂ ਮਾਇਆ ਨੇ ਬੰਨੇ ਹੋਏ ਨੇ। ਔਰ ਉਹਨਾਂ ਦੀਆਂ ਗੱਲਾਂ ਵੀ ਮਾਇਆ ਨਾਲ ਹੀ ਜੁੜੀਆਂ ਹੋਈਆਂ ਨੇ, ਔਰ ਉਹ ਮਾਇਆ ਲਈ ਝਗੜੇ ਦਿਖਾਏ ਗਏ ਆ। ਵੱਡੇ ਭੂਪਤ ਰਾਜੇ ਹੈ ਛੇਤੇ, ਕਹਿੰਦੇ ਵੱਡੇ ਵੱਡੇ ਰਾਜੇ ਹੋਏ ਆ, ਕਿਉਂਕਿ ਇਹਨਾਂ ਦੇ ਅੰਦਰ ਰਾਜ ਮਾਧੋ ਹੁੰਦਾ। ਇਹ ਤਾਂ ਛੇਦੇ ਪਏ ਆ ਹੁਕਮ ਨੇ, ਇਹਨਾਂ ਦੇ ਤਾਂ ਛੇਦ ਨੇ। ਕਬੀਰ ਵੇੜਾ ਜਰਜਰਾ ਫੂਟੇ 6,000, ਹਜ਼ਾਰਾਂ ਹੀ ਛੇਕ ਨੇ। ਕਹਿੰਦੇ ਹਰੂਏ ਹਰੂਏ ਤਰ ਗਏ ਡੂਬੇ ਸਿਰਜਨ ਪਾਰ, ਡੁੱਬ ਗਏ। ਕਹਿੰਦੇ ਇਹਨਾਂ ਸਿਰ ਤੇ ਭਾਰ ਸੀ, ਹੰਕਾਰੀ ਬਣੇ ਹੋਏ ਸੀ, ਹਉਮੈ ਸੀਗੀ ਬਹੁਤ ਵੱਡੀ। ਜਦੋਂ ਤੁਸੀਂ ਕਿਸੇ ਨੂੰ ਆਪਣੇ ਅੱਗੇ ਝੁਕਾਓਗੇ ਤਾਂ ਤੁਸੀਂ ਨਿਕਲ ਨਹੀਂ ਸਕਦੇ ਹਉਮੈ ਚੋਂ। ਜਦੋਂ ਤੁਸੀਂ ਆਪਣੇ ਆਪ ਨੂੰ ਦੂਜਿਆਂ ਨੂੰ ਸੁਪੀਰੀਅਰ ਮੰਨੋਗੇ ਕਿ ਅਸੀਂ ਸੁਪੀਰੀਅਰ ਹੈ, ਤਾਂ ਤੁਹਾਨੂੰ ਨਹੀਂ ਪਤਾ ਲੱਗਣਾ ਤੁਹਾਡੇ ਅੰਦਰ ਹਉਮੈ ਹੈ, ਕਿਉਂਕਿ ਤੁਹਾਨੂੰ ਲੱਗਣਾ ਵੀ ਮੈਂ ਤਾਂ ਹੈਗਾ ਹੀ ਸੁਪੀਰੀਅਰ। ਤੇ ਜਿਹੜਾ ਅਸਲ ਸੁਪੀਰੀਅਰ ਹੁੰਦਾ, ਜਿਹਦੇ ਕੋਲ ਸਭ ਕੁਝ ਹੁੰਦਾ, ਉਹ ਸਭ ਤੋਂ ਨੀਵਾਂ ਹੋ ਕੇ ਚੱਲਦਾ। ਉਹ ਕਹਿੰਦਾ ਨਹੀਂ, ਤੁਸੀਂ ਮੇਰੇ ਭਰਾ ਹੋ, ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ। ਕਿਉਂਕਿ ਮੈਂ ਜੋਤ ਨੂੰ ਦੇਖਦਾ, ਮੈਂ ਜਾਤ ਨੂੰ ਨਹੀਂ ਦੇਖਦਾ। ਉਹਨੂੰ ਸੱਚਖੰਡ ਵੱਲੋਂ ਦ੍ਰਿਸ਼ਟੀ ਉਹਦੇ ਤੇ, ਉਹਨੂੰ ਪਰਮੇਸ਼ਰ ਦੀਂਦਾ, ਉਹਨੂੰ ਗੁਰੂ ਦੀਂਦਾ। ਉਹ ਨਹੀਂ ਗੁਰੂ ਬਣਦਾ। ਜੇ ਉਹਨੂੰ ਕੋਈ ਗੁਰੂ ਕਹਿੰਦਾ, ਉਹਨੂੰ ਵੀ ਕਹਿੰਦਾ ਮੈਨੂੰ ਗੁਰੂ ਨਾ ਕਹੀਂ, ਮੈਂ ਗੁਰੂ ਨਹੀਂ ਹੈ, ਮੈਂ ਅਧੂਰਾ। ਕਿਉਂਕਿ ਅਜੇ ਸੋ 9 ਸਮੁੰਦਰ ਮੇ ਹੈ, ਕੀ ਪਤਾ ਕੀ ਹੋ ਜਾਣਾ, ਭਾਣਾ ਕੀ ਵਰਤਣਾ ਪਰਮੇਸ਼ਰ ਦਾ। ਉਹ ਖੁਸ਼ਾਮ ਦੀਨਾਂ ਤੋਂ ਬਹੁਤ ਦੂਰ ਰਹਿੰਦਾ। ਤਾਂ ਹੀ ਕਬੀਰ ਸਾਹਿਬ ਜੀ ਨੇ ਕਿਹਾ ਸੀ, ਨਿੰਦੋ ਨਿੰਦੋ ਲੋਕ ਮੋਖੋ ਨਿੰਦੋ। ਉਹ ਕਹਿੰਦਾ ਮੈਨੂੰ ਚੰਗੇ ਲੱਗਦੇ ਜਿਹੜਾ ਮੇਰੀ ਨਿੰਦਿਆ ਕਰਦਾ, ਮੇਰੀ ਕਮੀ ਦੱਸੋ। ਜਿਹੜਾ ਬੰਦਾ ਖੁਸ਼ਾਮਦੀਦ ਕਰਦਾ, ਸਮਝ ਲਓ ਸੋਦਾ ਸਭ ਤੋਂ ਵੱਡਾ ਦੁਸ਼ਮਣ ਹੈ। ਪਰ ਤੁਹਾਨੂੰ ਉਸ ਵੇਲੇ ਚੰਗਾ ਲੱਗਦਾ। ਇਹ ਮੇਰੇ ਮਨਾ ਬਹੁਤ ਬਰੀਕ ਰਸਤਾ ਹੈ ਗੁਰਮਤਿ ਦਾ। ਗੁਰ ਈਸਰ
ਜਦੋਂ ਪੂਰਾ ਗੁਰ ਹੋ ਜਾਂਦਾ ਹੈ, ਜਦੋਂ ਜੀਵ ਪੂਰਾ ਹੋ ਜਾਂਦਾ ਹੈ, ਪੂਰਾ ਪ੍ਰਭ, ਪੂਰਾ ਗੁਰੂ ਗੁਰ, ਫਿਰ ਇਸ ਨੂੰ ਪ੍ਰਾਪਤੀ ਹੁੰਦੀ ਹੈ। ਪੂਰਾ ਹੋਏ ਤੋਂ ਬਿਨਾ, ਇੱਕ ਹੋਏ ਤੋਂ ਬਿਨਾ ਉੱਗਿਆ ਨਹੀਂ ਜਾ ਸਕਦਾ। ਇੱਕ ਹੋਏ ਤੋਂ ਬਿਨਾ ਤੁਰ ਕੀ ਬਾਣੀ ਪ੍ਰਗਟ ਨਹੀਂ ਹੁੰਦੀ। ਇੱਕ ਹੋਏ ਤੋਂ ਬਿਨਾ ਸ਼ਬਦ ਗੁਰੂ ਨਹੀਂ ਸੁਣਦਾ। ਇੱਕ ਹੋਏ ਤੋਂ ਬਿਨਾ, ਸ਼ਬਦ ਗੁਰੂ ਸੁਣੇ ਤੋਂ ਬਿਨਾ ਸੱਚਖੰਡ ਵਿੱਚ ਨਹੀਂ ਜਾ ਸਕਦਾ। ਹੈ ਮੇਰੇ ਮਨਾ, ਇਹ ਗੱਲ ਗੁਰਬਾਣੀ ਨੇ ਫੈਸਲਾ ਦਿੱਤਾ, ਬਾਕੀ ਨਹੀਂ ਗੱਲ ਪਤਾ। ਪਾਰਵਤੀ ਮਾਈ, ਭਾਵ ਪਰੇ ਦੀ ਬਾਤ, ਜੋ ਪਰੇ ਦੀ ਗੱਲ ਹੈ, ਜੋ ਇਸ ਮਾਇਆ ਤੋਂ ਪਰੇ ਦੀ ਗੱਲ ਹੈ, ਉਹ ਮਾਈ ਬੁੱਧੀ ਹੈ, ਉਹ ਸ੍ਰੇਸ਼ਟ ਗਿਆਨ ਹੈ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਭਵਿੱਖੋ। ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ, ਤਿੱਥੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਪ੍ਰਚੰਡ ਗਿਆਨ ਹੈ ਜਿਹੜਾ, ਪੂਰਨ ਬੁੱਧ ਹੈ ਜਿਹੜੀ, ਵਿਵੇਕ ਬੁੱਧੀ ਹੈ ਜਿਹੜੀ, ਉਹ ਹੈ ਮਾਈ, ਉਹ ਹੈ ਹੁਕਮ, ਉਹ ਹੈ ਸ਼ਬਦ, ਉਹ ਹੈ ਤੁਰ ਕੀ ਬਾਣੀ। ਤੇ ਦੂਸਰੇ ਪਾਸੇ ਪੰਜਵੇਂ ਪਾਤਸ਼ਾਹ 273 ਅੰਗ ਤੇ ਵੀ ਕਹਿੰਦੇ ਆ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਕਹਿੰਦੇ ਤੁਹਾਡਾ ਜਿਹੜਾ ਮਹੇਸ਼ਵਰ ਹੈ ਸ਼ਿਵ ਜੀ, ਉਹ ਤਾਂ ਬ੍ਰਹਮ ਗਿਆਨੀ ਨੂੰ ਲੱਭਦਾ ਫਿਰਦਾ। ਇਹਦਾ ਮਤਲਬ ਬ੍ਰਹਮ ਗਿਆਨੀ ਵੱਡਾ ਉਹਦੇ ਨਾਲੋਂ, ਫਿਰ ਮਹੇਸ਼ਵਰ ਨਾਲੋਂ ਤਾਂ, ਤੁਹਾਡੇ ਸੰਸਾਰੀ ਸ਼ਿਵ ਜੀ ਨਾਲੋਂ ਤਾਂ ਬ੍ਰਹਮ ਗਿਆਨੀ ਵੱਡਾ ਹੈ, ਉਹ ਤਾਂ ਲੱਭਦਾ ਫਿਰਦਾ। ਉਹਦਾ ਕ੍ਰੋਧੀ ਬਹੁਤ ਹੈ ਜਿਹੜਾ ਤੁਹਾਡਾ ਸ਼ਿਵ ਜੀ ਹੈ, ਪਰ ਜਿਹੜਾ ਸਾਡਾ ਸ਼ਿਵ ਜੀ ਹੈ ਉਹਦਾ ਸ਼ਾਂਤੀ 'ਚ ਬਹੁਤ ਹੈ। ਤੁਹਾਡਾ ਬ੍ਰਹਮਾ ਤਾਂ ਸਰਾਪ ਦਿੰਦਾ ਕਿਸੇ ਨੂੰ, ਬੁਰਾ ਸੋਚਦਾ, ਸਾਡਾ ਬ੍ਰਹਮਾ ਤਾਂ ਕਿਸੇ ਦਾ ਬੁਰਾ ਸੋਚਦਾ ਹੀ ਨਹੀਂ। ਬ੍ਰਹਮਾ ਉਹ ਹੈ ਜਿਹੜਾ ਬ੍ਰਹਮ ਗਿਆਨੀ ਹੈ, ਜਿਹਨੂੰ ਬ੍ਰਹਮ ਬਾਰੇ ਪਤਾ ਹੈ। ਤੁਹਾਡਾ ਤਾਂ ਵਿਸ਼ਨੂੰ ਰਾਜ ਕਰਨਾ ਚਾਹੁੰਦਾ, ਜਿਹੜਾ ਸਾਡੇ ਅੰਦਰ ਵਿਸ਼ਨ ਹੈ। ਗੁਰਬਾਣੀ ਦੇ ਅੰਦਰ ਵਿਸ਼ਨੂੰ ਸ਼ਬਦ ਵੀ ਨਹੀਂ ਆਉਂਦਾ, ਗੁਰਬਾਣੀ ਦੇ ਅੰਦਰ ਵਿਸ਼ਨ ਸ਼ਬਦ ਆਉਂਦਾ। ਵਿਸ਼ਨ ਸਾਡਾ ਮੂਲ ਹੈ। ਕਹਿੰਦੇ ਸਾਡਾ ਜਿਹੜਾ ਵਿਸ਼ਨ ਹੈ ਉਹ ਮਾਇਆ, ਉਹ ਰਾਜ ਭਾਗ ਤੋਂ ਸਾਨੂੰ ਦੂਰ ਲੈ ਕੇ ਜਾਣਾ ਚਾਹੁੰਦਾ। ਉਹਦਾ ਕਹਿੰਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਸਾਡਾ ਵਿਸ਼ਨ ਇਹ ਗੱਲ ਕਹਿੰਦਾ, ਤੁਹਾਡਾ ਜਿਹੜਾ ਵਿਸ਼ਨੂੰ ਹੈ, ਸਾਡਾ ਵਿਸ਼ਨ ਹੈ, ਤੁਹਾਡਾ ਵਿਸ਼ਨੂੰ ਹੈ, ਤੁਹਾਡਾ ਵਿਸ਼ਨੂੰ ਰਾਜ ਕਰਨਾ ਚਾਹੁੰਦਾ। ਅਸੀਂ ਰਾਜ ਨਹੀਂ ਕਰਨਾ ਚਾਹੁੰਦੇ, ਰਾਜ ਪਰਮੇਸ਼ਰ ਦਾ ਚੱਲਦਾ। ਰਾਜਾ ਪਰਮੇਸ਼ਰ ਹੈ, ਅਕਾਲ ਪੁਰਖ ਹੈ, ਜੀਵ ਨਹੀਂ ਰਾਜਾ ਬਣ ਸਕਦਾ। ਇਹੀ ਤਾਂ ਰਾਜ ਮੱਧ ਹੈ, ਇਹਨੂੰ ਹੰਕਾਰ, ਇਹਨੂੰ ਇਸੇ ਗੱਲ ਦਾ ਹੋ ਜਾਂਦਾ ਵੀ ਮੈਂ ਪਤਾ ਨਹੀਂ ਕੀ ਕਰ ਦੂੰਗਾ। ਸੋ ਅੰਗ 8 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਇੱਥੇ ਦੇਖੋ ਬ੍ਰਹਮਾ ਸ਼ਬਦ ਆ ਗਿਆ ਇਸੇ ਜਪ ਦੇ ਅੰਦਰ। ਇਹ ਤਾਂ ਗਾਉਂਦੇ ਹੈ, ਭਾਵ ਕਿ ਉਹਦੀ ਰਜਾ ਦੇ ਵਿੱਚ ਨੇ, ਉਹਦੇ ਭਾਣੇ ਵਿੱਚ ਨੇ। ਈਸ਼ਰ ਵੀ, ਬ੍ਰਹਮਾ ਵੀ, ਦੇਵੀ ਵੀ। ਈਸ਼ਰ ਸਾਡਾ ਮੂਲ, ਬ੍ਰਹਮਾ ਮਨ, ਦੇਵੀ ਬੁੱਧੀ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਇਹ ਜਿੰਨਾ ਉਹਨੂੰ ਗਾਉਂਦੇ ਆ, ਭਾਵ ਕਿ ਉਹਦੀ ਰਜਾ 'ਚ ਰਹਿੰਦੇ ਆ, ਉਹਦੇ ਭਾਣੇ ਵਿੱਚ ਰਹਿੰਦੇ ਆ, ਉਨਾ ਹੀ ਸੋਹਣ ਤੇਰਾ, ਸੋਹਣ ਤੇਰੇ ਸਦਾ ਸਵਾਰੇ। ਸਦਾ ਹੀ ਉਹ ਸਵਾਰਦਾ ਫਿਰ ਇਹਨੂੰ, ਇਹਨਾਂ ਦੇ ਅੰਦਰੋਂ ਮੈਲ ਕੱਢਦਾ, ਹਉਮੈ ਕੱਢਦਾ। ਤੇ ਇਸੇ ਤਰ੍ਹਾਂ ਹੀ ਗਾਉਂਦੇ ਗਾਉਂਦੇ ਆ ਸਰੀਰ ਛੱਡ ਜਾਂਦੇ ਆ, ਉਹਦੇ ਵਿੱਚ ਸਮਾ ਜਾਂਦੇ ਆ। ਸੋ ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ। ਬਾਕੀ ਦੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਤਾਂ ਫਿਰ ਕੀਤੀ ਜਾਵੇਗੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।